श्री वाहिगुरु साहिब जी। दंडौत बंदन अनक बार, सर्व कला समरथ। डोलन ते राखो प्रभु, नानक दे कर हथ। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरी। कहाँ बुध प्रभ तुच्छ हमारी, बरन सकै महिमा जो तिहारी। हम न सकत कर सिफत तुम्हारी, आप ले तुम कथा सुधारी। सतनाम श्री वाहिगुरु साहिब जी। सलोक महला पहला। नानक फिकै बोलिए, तन मन फिक्का होए। फिको फिक्का सदिए, फिके फिक्की सोए। नानक फिक्के बोलिए, तन मन फिक्का होए। फिको फिक्का सदिए, फिके फिक्की सोए। फिक्का अंदर गए सटिए, मुँह थुक्का फिक्के पाए। फिक्का मूरख आखिए, पाना लह सजाए। महला पहला। अंदरों झूठे पैज बाहर, दुनिया अंदर फैल। 68 तीरथ जे नामे, उतरे नाही मैल। जिन पट अंदर बाहर गुदड़, ते भले संसार। तिनने हो लगा रब सेती, देखने विचार। रंग हंसे रंग रोवे, चुप भी कर जाए। परवाह नाही किसे केरी, बाज सच्चे नाम। दरवाटी ऊपर खर्च मंगा, जबे देता खाए। दीवान एको कलम एका, हमा तुमा मेल। दर ले लेखा पीड़ छुटे, नानका ज्यों तेल। पौड़ी। आपे ही करना कियो, कल आपे ही तय तारिए। देखे कीता अपना, धर कच्ची पक्की सारी है। जो आया सो चल सी, सब कोई आई वारी है। जिसके जी प्राण है, क्यों साहिब मनो विसारी है। आपन हथी अपना, आपे ही काज सवारी है। आपन हथी अपना, आपे ही काज सवारी है। वाहिगुरु जी का खालसा, वाहिगुरु जी की फतेह। धन धन सतगुरु बाणी दे बोहित, कलयुग दे जहाज। धन धन श्री गुरु ग्रंथ साहिब महाराज जी दी पावन हजूरी विच सुभायमान गुरु की साथ संगत। सतगुरां दा कोटान कोट शुकराना करिए, जिन्हां ने बख्शिश करके अपने चरनां विच बैठण दा ये अवसर सानू दिता है। आओ अपनी मनोवृत्तियां नूं एकाग्र करके गुरचरनां नाल जोड़िए। एक बारी सारे प्रेम नाल आखो, सतनाम वाहिगुरु। धन धन सतगुरु श्री गुरु नानक देव महाराज जी की महान बाणी आसा की वार दी लड़ीवार विचार आप सरवण कर रहे हो। पिछले हफ्ते 20वीं पौड़ी तो पहला जिहड़ा पहला श्लोक है, उसकी विचार आप आरंभ की सी। सतगुरां दा धन गुरु हरकृष्ण साहिब महाराज जी का प्रकाश पुरब मनादियां
ਸਤਿਗੁਰਾਂ ਦੇ ਜੀਵਨ ਦੇ ਬਾਰੇ ਵੀ ਆਪਾਂ ਵਿਚਾਰ ਕਰਨੀ ਸੀ। ਇਸ ਕਰਕੇ ਭਾਵ ਦੀਆਂ ਵਿਚਾਰਾਂ ਆਪਾਂ ਕੁਝ ਕਰ ਸਕੇ। ਜਿਹੜੇ ਆਖਰੀ ਅਰਥ ਨੇ ਪਹਿਲੇ ਸ਼ਲੋਕ ਦੇ ਉਸ ਦਿਨ ਆਪਾਂ ਨਹੀਂ ਕਰ ਪਾਏ ਸੀਗੇ। ਸੋ ਪਹਿਲੇ ਸ਼ਲੋਕ ਦੇ ਆਖਰੀ ਅਰਥ ਕਰਕੇ ਉਸ ਤੋਂ ਬਾਅਦ ਦੂਜਾ ਸ਼ਲੋਕ ਤੇ ਪੌੜੀ ਦੀ ਵਿਚਾਰ ਆਪਾਂ ਕਰਨੀ ਹੈ। ਸਤਿਗੁਰਾਂ ਨੇ ਬਹੁਤ ਬਖਸ਼ਿਸ਼ ਕੀਤੀ ਹੈ, ਜਿਹੜਾ ਅਮੁੱਲਾ ਗਿਆਨ ਸਾਨੂੰ ਇਸ ਬਾਣੀ ਦੇ ਵਿੱਚ ਬਖਸ਼ਿਆ ਹੈ। ਸਤਿਗੁਰਾਂ ਨੇ ਸਾਡੇ ਜੀਵਨ ਦੇ ਬਾਰੇ, ਸਾਡੇ ਜੀਵਨ ਦੇ ਵਿੱਚ ਕੀ ਕੀ ਘਾਟ ਹੋ ਸਕਦੀ ਹੈ, ਕੀ ਸਾਡੇ ਵਿੱਚ ਅਵਗੁਣ ਹੋ ਸਕਦੇ ਨੇ, ਉਹਨਾਂ ਅਵਗੁਣਾਂ ਨੂੰ ਕਿਵੇਂ ਪਛਾਣਨਾ ਹੈ ਅਤੇ ਕਿਵੇਂ ਉਹਨਾਂ ਨੂੰ ਆਪਣੇ ਤੋਂ ਦੂਰ ਕਰਨਾ ਹੈ, ਕਿਵੇਂ ਗੁਣਾਂ ਨੂੰ ਧਾਰਨ ਕਰਨਾ ਹੈ, ਇਹ ਸਾਰਾ ਉਪਦੇਸ਼ ਸਤਿਗੁਰਾਂ ਨੇ ਇਸ ਬਾਣੀ ਵਿੱਚ ਦਿੱਤਾ ਹੈ। ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈ, ਕਿਸ ਤਰੀਕੇ ਦੇ ਨਾਲ ਲੋਕੀ ਆਪਣਾ ਜੀਵਨ ਗੁਜ਼ਾਰ ਰਹੇ ਨੇ, ਉਸ ਦੇ ਬਾਰੇ ਵੀ ਮਹਾਰਾਜ ਨੇ ਸਾਨੂੰ ਥਾਂ ਥਾਂ ਦੇ ਉੱਤੇ ਸੁਚੇਤ ਕੀਤਾ ਹੈ ਕਿ ਅਸੀਂ ਵੀ ਕਿਧਰੇ ਇਹਨਾਂ ਭੁਲੇਖਿਆਂ ਦੇ ਵਿੱਚ, ਇਹਨਾਂ ਭਰਮਾਂ ਦੇ ਵਿੱਚ ਨਾ ਫਸ ਜਾਈਏ। ਪਹਿਲੇ ਸ਼ਲੋਕ ਵਿੱਚ ਸਤਿਗੁਰੂ ਨੇ ਬਖਸ਼ਿਸ਼ ਕਰਕੇ ਉਹਨਾਂ ਦੀ ਗੱਲ ਕੀਤੀ ਸੀ ਜਿਹੜੇ ਕਿ ਜ਼ੁਬਾਨ ਤੋਂ ਰੁੱਖਾ ਬੋਲਦੇ ਨੇ, ਕੌੜਾ ਬੋਲਦੇ ਨੇ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ ਹੋਏ। ਮਹਾਰਾਜ ਕਹਿੰਦੇ ਨੇ ਜੇ ਅਸੀਂ ਆਪਣੀ ਜ਼ੁਬਾਨ ਤੋਂ, ਆਪਣੇ ਮੂੰਹ ਤੋਂ ਕੌੜਾ ਬੋਲਦੇ ਹਾਂ, ਕਿਸੇ ਨੂੰ ਰੁੱਖੇ ਬਚਨ ਆਖਦੇ ਹਾਂ, ਇਹ ਨਹੀਂ ਕਿ ਅਸੀਂ ਉਸ ਨੂੰ ਕੋਈ ਦੁੱਖ ਪਹੁੰਚਾ ਰਹੇ ਹਾਂ। ਆਪਣਾ ਜਿਹੜਾ ਸਾਡਾ ਤਨ ਹੈ, ਜਿਹੜਾ ਸਾਡਾ ਮਨ ਹੈ, ਉਹ ਵੀ ਜਿਹੜਾ ਹੈ ਰੁੱਖਾ ਹੀ ਹੋ ਜਾਂਦਾ ਹੈ। ਉਹ ਜਿਹੜੀ ਕੁੜੱਤਨ ਹੈ, ਕੜਵਾਪਨ ਹੈ, ਉਹ ਮਨੁੱਖ ਦੇ ਆਪਣੇ ਅੰਦਰ ਵੀ ਥਾਂ ਬਣਾ ਲੈਂਦਾ ਹੈ। ਅਤੇ ਜਦੋਂ ਅੰਦਰੋਂ ਈਰਖਾ ਦੀ ਅੱਗ ਹੋਵੇ, ਕ੍ਰੋਧ ਦੀ ਅੱਗ ਹੋਵੇ, ਜਿਸ ਕਰਕੇ ਕੌੜੇ ਬਚਨ ਨਿਕਲ ਰਹੇ ਨੇ, ਤੇ ਫਿਰ ਇਹਨਾਂ ਦੇ ਕਰਕੇ ਮਨੁੱਖ ਨੂੰ ਬਿਮਾਰੀਆਂ ਵੀ ਲੱਗ ਜਾਂਦੀਆਂ, ਤਨ ਦੇ ਰੋਗ ਵੀ ਲੱਗ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਤਨ ਮਨ ਫਿੱਕਾ ਹੋਏ। ਤਨ ਵੀ ਫਿੱਕਾ ਹੋ ਜਾਂਦਾ ਹੈ, ਮਨ ਵੀ ਫਿੱਕਾ ਹੋ ਜਾਂਦਾ ਹੈ। ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਮਹਾਰਾਜ ਕਹਿੰਦੇ ਨੇ ਇਹੀ ਨਹੀਂ, ਇਹੋ ਜਿਹੇ ਲੋਕਾਂ ਨੂੰ ਫਿਰ ਲੋਕੀ ਫਿੱਕਾ ਹੀ ਆਖਦੇ ਨੇ, ਰੁੱਖਾ ਹੀ ਆਖਦੇ ਨੇ, ਕੌੜਾ ਹੀ ਆਖਦੇ ਨੇ। ਅਤੇ ਉਹਨਾਂ ਦੀ ਜਿਹੜੀ ਪ੍ਰਸਿੱਧੀ ਹੈ ਉਹ ਵੀ ਫਿੱਕੀ ਹੋ ਜਾਂਦੀ ਹੈ। ਲੋਕੀ ਸਭ ਜਗ੍ਹਾ ਉਹਨਾਂ ਨੂੰ ਫਿੱਕਾ ਕੌੜਾ ਕਰਕੇ ਹੀ ਯਾਦ ਕਰਦੇ ਨੇ ਕਿ ਉਹ ਬੰਦਾ ਤੇ ਇਹਨੇ ਕੌੜੇ ਬਚਨ ਬੋਲਣ ਵਾਲਾ ਹੈ। ਫਿੱਕਾ ਦਰ ਗਏ ਸੱਟੀਏ ਮੂੰਹ ਥੁੱਕਾਂ ਫਿੱਕੇ ਪਾਏ। ਮਹਾਰਾਜ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਹੀ ਨਹੀਂ, ਅੱਗੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਵੀ ਐਸੇ ਬੰਦੇ ਜਿਹੜੇ ਨੇ ਉਹਨਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਨੇ, ਉਹਨਾਂ ਨੂੰ ਧੱਕੇ ਹੀ ਪੈਂਦੇ ਨੇ। ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ। ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਮੂਰਖ ਹੀ ਆਖਣਾ ਚਾਹੀਦਾ ਹੈ, ਕਿਉਂਕਿ ਭਾਵੇਂ ਗੁਣਵਾਨ ਵੀ ਹੋਣ, ਪਰ ਜੇ ਫਿੱਕਾ ਬੋਲ ਕੇ, ਕੌੜਾ ਬੋਲ ਕੇ ਕਿਸੇ ਦਾ ਮਨ ਦੁਖਾ ਰਹੇ ਨੇ ਤੇ ਕਿਸੇ ਦਾ ਕੰਮ ਨਹੀਂ ਸਵਾਰਦੇ, ਸਗੋਂ ਲੋਕਾਂ ਨੂੰ ਦੁਖੀ ਹੀ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਸਿਆਣੇ ਨਾ ਆਖੋ, ਮੂਰਖ ਹੀ ਨੇ। ਪਾਣਾ ਲਹੇ ਸਜਾਏ, ਪਾਣਾ ਦਾ ਇੱਥੇ ਅਰਥ ਹੈ ਜੁੱਤੀ। ਮਹਾਰਾਜ ਕਹਿੰਦੇ ਨੇ ਫਿਰ ਇਹੋ ਜਿਹੇ ਲੋਕਾਂ ਨੂੰ ਇਸ ਸੰਸਾਰ ਦੇ ਵਿੱਚ ਵੀ ਜੁੱਤੀਆਂ ਦੀ ਮਾਰ ਪੈਂਦੀ ਹੈ ਅਤੇ ਅੱਗੇ ਵੀ ਉਹਨਾਂ ਨੂੰ ਇਸੇ ਤਰੀਕੇ ਨਾਲ ਸਜ਼ਾ ਮਿਲਦੀ ਹੈ। ਇਹ ਪਹਿਲੇ ਸ਼ਲੋਕ ਦੇ ਆਖਰੀ ਅਰਥ ਸਨ। ਹੁਣ ਦੂਜੇ ਸ਼ਲੋਕ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ, ਇਹ ਵੀ ਉਹਨਾਂ ਲੋਕਾਂ ਦੀ ਜ਼ਿਕਰ ਹੈ ਜਿਹੜੇ ਕਿ ਦਿਖਾਵਾ ਕਰਦੇ ਨੇ, ਅੰਦਰੋਂ ਕੁਝ ਹੋਰ ਨੇ, ਬਾਹਰੋਂ ਕੁਝ ਹੋਰ ਨੇ। ਵਿਖਾਵਾ ਕਰਕੇ, ਪਖੰਡ ਕਰਕੇ ਲੋਕਾਂ ਨੂੰ ਆਪਣੇ ਪਿੱਛੇ ਲਾਉਂਦੇ ਨੇ। ਤੀਰਥਾਂ 'ਤੇ ਰਹਿੰਦੇ ਨੇ, ਤੀਰਥਾਂ 'ਤੇ ਇਸ਼ਨਾਨ ਵੀ ਕਰਦੇ ਨੇ, ਪਰ ਮਹਾਰਾਜ ਕਹਿੰਦੇ ਨੇ ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਦੇ ਮਨ ਦੀ ਮੈਲ ਕਦੇ ਉਤਰਦੀ ਨਹੀਂ। ਉਹ ਅੰਦਰੋਂ ਮੈਲੇ ਦੇ ਮੈਲੇ ਹੀ ਰਹਿੰਦੇ ਨੇ।
महाराज कह रहे अंदरों झूठे पैज बाहर दुनिया अंदर फैल। कहते ने अंदरों तो झूठे ने, मन मलीन है, पर बाहरों विखावा इस तरह का है जिमें कि बहुत संत ने, फकीर ने, उच्चे ने, इस तरीके का लिबास पाउंदे ने ਅਤੇ ਦੁਨੀਆ ਨੂੰ ਦਿਖਾਉਣ ਵਾਸਤੇ ਉਹਨਾਂ ਨੇ ਪਸਾਰਾ ਵੀ ਬੜਾ ਕੀਤਾ ਹੋਇਆ ਹੈ। ਹੁਣ ਅਸੀਂ ਦੇਖਦੇ ਹੀ ਹਾਂ ਅੱਜ ਕੱਲ੍ਹ ਕੀ ਕੁਝ ਹੋ ਰਿਹਾ ਹੈ। ਇਤਨੇ ਵਿਗਿਆਪਨ ਅਖਬਾਰ ਦੇ ਪੂਰੇ ਪੇਜ ਭਰੇ ਹੋਏ ਨੇ ਆਪਣੀ ਪ੍ਰਸ਼ੰਸਾ ਦੇ ਨਾਲ। ਉੱਥੋਂ ਇਨਾਮ ਮਿਲਿਆ, ਅਮਰੀਕਾ ਤੋਂ ਅਵਾਰਡ ਮਿਲਿਆ, ਇਹ ਮਿਲਿਆ, ਉਹ ਮਿਲਿਆ, ਇਤਨਾ ਕੁਝ ਦਿਖਾਵਾ, ਪਰ ਅੰਦਰ ਕੀ ਹੈ। ਹੁਣ ਅਗਲੇ ਜਿਹੜੇ ਬੱਚੇ ਨੇ ਉਹਨਾਂ ਵਿੱਚ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਅੰਦਰੋਂ ਜੁੜੇ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ, ਪਰ ਜਿਨ੍ਹਾਂ ਦੇ ਅੰਦਰ ਮੈਲ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਜੋ ਕੁਝ ਬਾਹਰੋਂ ਦਿਸਦੇ ਨੇ ਉਹੋ ਜਿਹੀ ਉਜਲਤਾ ਨਹੀਂ। ਫਿਰ ਮਹਾਰਾਜ ਕਹਿੰਦੇ ਨੇ ਇਹ ਤਾਂ ਇਸ ਤਰ੍ਹਾਂ ਨੇ ਜਿਵੇਂ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾਂ ਬਿਲੋ ਵਸ ਪਾਣੀ। ਹਿਰਦੇ ਦੇ ਵਿੱਚ ਕਪਟ ਹੈ, ਮੁਖ ਤੋਂ ਗਿਆਨੀ ਗਿਆਨ ਦੀਆਂ ਗੱਲਾਂ ਕਰਦੇ ਨੇ। ਮਹਾਰਾਜ ਕਹਿੰਦੇ ਨੇ ਇੰਝ ਸਮਝ ਲਓ ਜਿਵੇਂ ਕਿ ਪਾਣੀ ਵਿਲੋ ਰਹੇ ਨੇ। ਹੁਣ ਪਾਣੀ ਨੂੰ ਕੋਈ ਵਿਲਾਉਂਦਾ ਰਹੇ ਉਹਦੇ ਵਿੱਚੋਂ ਮੱਖਣ ਤੇ ਨਿਕਲਣਾ ਨਹੀਂ, ਭਾਵੇਂ ਸਾਰੀ ਉਮਰ ਕੋਈ ਪਾਣੀ ਵਿਲਾਉਂਦਾ ਰਹੇ। ਬਾਹਰੋਂ ਸੰਤ ਦਾ ਦਿਖਾਵਾ ਕਰਕੇ, ਧਰਮੀ ਹੋਣ ਦਾ ਵਿਖਾਵਾ ਕਰਕੇ ਲੋਕਾਂ ਨੂੰ ਤੁਸੀਂ ਮੂਰਖ ਬਣਾ ਰਹੇ ਹੋ, ਪਰ ਤੁਹਾਡੇ ਆਪਣੇ ਹੱਥ ਪੱਲੇ ਕੁਝ ਨਹੀਂ ਲੱਗਣਾ। ਤੁਹਾਡਾ ਆਪਣਾ ਜੀਵਨ ਜਿਹੜਾ ਹੈ ਵਿਅਰਥ ਹੀ ਜਾਣਾ ਹੈ, ਉਸ ਪਰਮਾਤਮਾ ਤੋਂ ਤੁਸੀਂ ਦੂਰ ਹੀ ਰਹਿਣਾ ਹੈ। ਮਹਾਰਾਜ ਕਹਿੰਦੇ ਨੇ ਕਾਇਆ ਮਾਂਜਸ ਕੌਣ ਗੁਨਾ ਜੋ ਘਟ ਭੀਤਰ ਹੈ ਮਲਣਾ। ਤੀਰਥਾਂ 'ਤੇ ਨਹਾਉਣ ਦਾ ਕੀ ਲਾਭ ਹੈ? ਤੁਸੀਂ ਹੁਣ ਭਾਵੇਂ ਸਾਰੇ ਤੀਰਥਾਂ 'ਤੇ ਇਸ਼ਨਾਨ ਕਰ ਲਓ, ਪਰ ਮਨ ਦੀ ਜਿਹੜੀ ਮੈਲ ਹੈ ਉਹ 'ਤੇ ਜਾਂਦੀ ਨਹੀਂ, ਕਿਉਂਕਿ ਮਨ ਜਿਹੜਾ ਹੈ ਉਹ ਤੀਰਥਾਂ ਦੇ ਇਸ਼ਨਾਨ ਦੇ ਨਾਲ ਪਵਿੱਤਰ ਨਹੀਂ ਹੁੰਦਾ। ਮਹਾਰਾਜ ਨੇ ਫਿਰ ਪ੍ਰਮਾਣ ਵੀ ਦਿੱਤਾ ਹੈ, ਲੋਕੀ 68 ਤੀਰਥ ਨਾਈ ਕੌਰਾਪਨ ਤਉ ਨਾ ਜਾਈ। ਕਹਿੰਦੇ ਨੇ ਕੌੜੀ ਲੌਕੀ ਜਿਹੜੀ ਹੁੰਦੀ ਹੈ ਉਸ ਨੂੰ ਭਾਵੇਂ ਤੁਸੀਂ ਸਾਰੇ 68 ਤੀਰਥਾਂ ਦੇ ਇਸ਼ਨਾਨ ਕਰ ਦਿਓ, ਪਰ ਉਹਦੇ ਅੰਦਰ ਦੀ ਜਿਹੜੀ ਕੁੜੱਤਨ ਹੈ ਉਹ ਨਹੀਂ ਜਾਂਦੀ, ਉਹਨੇ ਕੜਵਾ ਹੀ ਰਹਿਣਾ ਹੈ। ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਹੜੇ ਨਿਤਨੇਮ ਦਾ ਪਾਠ ਕਰਦੇ ਨੇ, ਪਤਾ ਹੈ। ਆਨੰਦ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤੇ ਮੈਲੇ ਤੇਰੀ ਜਨਮ ਜੂਏ ਹਾਰਿਆ। ਬਾਹਰੋਂ ਨਿਰਮਲ ਦਿਸਦੇ ਨੇ ਪਰ ਮਨ ਕਰਕੇ ਮੈਲੇ ਨੇ। ਇਹੋ ਜਿਹੇ ਲੋਕ ਜਿਹੜੇ ਨੇ ਉਹ ਆਪਣਾ ਜੀਵਨ ਜਿਹੜਾ ਹੈ ਹਾਰ ਕੇ ਜਾਂਦੇ ਨੇ, ਜੀਵਨ ਦੀ ਬਾਜੀ ਨੂੰ ਹਾਰ ਕੇ ਜਾਂਦੇ ਨੇ। ਅਤੇ ਮਹਾਰਾਜ ਕਹਿੰਦੇ ਨੇ ਲੋਕਾਂ ਨੂੰ ਭੁਲੇਖਾ ਲੱਗਦਾ ਹੈ ਕਿ ਸ਼ਾਇਦ ਇਹ ਬੜੇ ਵੱਡੇ ਸੰਤ ਨੇ। ਮਹਾਰਾਜ ਕਹਿੰਦੇ ਨੇ ਸੰਤ ਨਹੀਂ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ। ਕਹਿੰਦੇ ਨੇ ਕੱਪੜੇ ਇਹਨਾਂ ਦੇ ਹੋ ਸਕਦੇ ਨੇ ਸੰਤਾਂ ਵਾਲੇ, ਪਰ ਇਹਨਾਂ ਦੇ ਜਿਹੜੇ ਕਰਤੂਤਾਂ ਨੇ, ਜਿਹੜੇ ਕਾਰਨਾਮੇ ਨੇ, ਉਹ ਤਾਂ ਇੰਝ ਸਮਝ ਲਓ ਜਿਵੇਂ ਕਿ ਬਗਲਾ ਇੱਕ ਰੱਤੇ ਖੜਾ ਹੁੰਦਾ ਸਰੋਵਰ ਦੇ ਕੰਢੇ, ਪਰ ਜਦੋਂ ਹੀ ਡੱਡੀਆਂ ਮੱਛੀਆਂ ਆਉਂਦੀਆਂ ਨੇ ਫੜ ਕੇ ਖਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਧੋਖਾ ਦੇ ਰਹੇ ਨੇ, ਉਹਨਾਂ ਦੀ ਮਾਇਆ ਛਿਨਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਪ੍ਰਪੰਚ ਕਰਦੇ ਨੇ। ਸੋ ਮਹਾਰਾਜ ਕਹਿੰਦੇ ਨੇ ਕਿ ਇਹੋ ਜਿਹੇ ਜਿਹੜੇ ਲੋਕ ਨੇ ਇਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਅਤੇ ਗੁਰਮਤ ਦਾ ਜਿਹੜਾ ਰਸਤਾ ਹੈ, ਜੋ ਗੁਰੂ ਦਾ ਗਿਆਨ ਹੈ, ਉਸ ਨੂੰ ਸਮਝ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਹੁਣ ਅੱਗੇ ਮਹਾਰਾਜ ਬਖਸ਼ਿਸ਼ ਕਰਕੇ ਉਹਨਾਂ ਦਾ ਜ਼ਿਕਰ ਵੀ ਕਰ ਰਹੇ ਨੇ ਜਿਹੜੇ ਇਹਨਾਂ ਤੋਂ ਉਲਟ ਨੇ। ਮਹਾਰਾਜ ਕਹਿੰਦੇ ਨੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਮਹਾਰਾਜ ਕਹਿੰਦੇ ਨੇ ਜਿਹੜੇ ਜੇ ਕੋਈ ਵਿਖਾਵਾ ਨਹੀਂ ਕਰਦੇ, ਇੰਜ ਜਾਪ ਲਓ ਜਿਵੇਂ ਬਾਹਰੋਂ ਕੀ ਗੁੱਦੜ ਪਾਉਂਦੇ ਨੇ, ਫਟੇ ਪੁਰਾਣੇ ਕੱਪੜੇ ਪਾਉਂਦੇ ਨੇ, ਪਰ ਮਹਾਰਾਜ ਕਹਿੰਦੇ ਨੇ ਅੰਦਰ ਜਿਹੜਾ ਉਹਨਾਂ ਦਾ ਹੈ ਰੇਸ਼ਮ ਵਰਗਾ ਹੈ। ਉਹਨਾਂ ਦੇ ਅੰਦਰ ਪਟ ਕਹਿੰਦੇ ਨੇ ਰੇਸ਼ਮ ਨੂੰ। ਉਹਨਾਂ ਦਾ ਮਨ ਜਿਹੜਾ ਹੈ ਰੇਸ਼ਮ ਵਰਗਾ ਕੋਮਲ ਹੈ, ਰੇਸ਼ਮ ਵਰਗਾ ਪਵਿੱਤਰ ਹੈ। ਅਤੇ ਸੰਸਾਰ ਵੀ ਭਾਵੇਂ ਲੋਕਾਂ ਨੂੰ ਉਹ ਨਾ ਦਿਸਦੇ ਹੋਣ, ਲੋਕੀ ਉਹਨਾਂ ਨੂੰ ਨਾ ਪਛਾਣਦੇ ਹੋਣ, ਪਰ ਮਹਾਰਾਜ ਕਹਿੰਦੇ ਨੇ ਉਹ ਤਾਂ ਹਰ ਵੇਲੇ ਅਕਾਲ ਪੁਰਖ ਨਾਲ ਜੁੜੇ ਹੋਏ ਨੇ।
ਤਿਨ ਨੇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਉਹਨਾਂ ਨੂੰ ਅਕਾਲ ਪੁਰਖ ਦੇ ਨਾਲ ਪ੍ਰੀਤ ਪਈ ਹੋਈ ਹੈ, ਉਹਨਾਂ ਦੇ ਨਾਲ ਪ੍ਰੇਮ ਹੈ ਅਤੇ ਹਰ ਵੇਲੇ ਉਹਨਾਂ ਦੇ ਮਨ ਦੇ ਵਿੱਚ ਇਹੀ ਵਿਚਾਰ ਰਹਿੰਦਾ ਹੈ ਕਿਵੇਂ ਉਸ ਦੇ ਦਰਸ਼ਨ ਮਿਲ ਜਾਣ, ਕਿਵੇਂ ਉਸ ਦੇ ਦੀਦਾਰ ਮਿਲ ਜਾਣ। ਅਤੇ ਅਸੀਂ ਵੇਖਦੇ ਹਾਂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਨੇ ਅਤੇ ਗੁਰਬਾਣੀ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਹੈ। ਮਹਾਰਾਜ ਕਹਿੰਦੇ ਨੇ ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਕੋ ਪਾਕ ਸੁਆਮੀ। ਇਹੋ ਜਿਹੇ ਜਿਹੜੇ ਲੋਕ ਨੇ ਉਹ ਸੰਸਾਰ ਦੀ ਪਰਵਾਹ ਵੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਉਹ ਪਰਮਾਤਮਾ ਮੇਰੇ ਵੱਲ ਹੈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਛੰਦਾ। ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਦਿੱਲੀ ਦੇ ਵਿੱਚ ਸਰਮਦ ਫਕੀਰ ਹੋਇਆ ਔਰੰਗਜ਼ੇਬ ਦੇ ਸਮੇਂ, ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਸੀ, ਕਿਸੇ ਦੀ ਪਰਵਾਹ ਨਹੀਂ ਕਰਦਾ ਸੀ, ਕੱਪੜੇ ਵੀ ਨਾਮ ਮਾਤਰ ਨੂੰ ਕਦੇ ਪਾ ਲਏ ਨਹੀਂ ਤੇ ਨਹੀਂ। ਇੱਕ ਵਾਰੀ ਔਰੰਗਜ਼ੇਬ ਆਇਆ ਉਸ ਨੂੰ ਮਿਲਣ ਵਾਸਤੇ। ਸਰਮਦ ਦੇ ਨਾਲ ਹੀ ਕੁੱਤਾ ਰਹਿੰਦਾ ਹੁੰਦਾ ਸੀ ਜਿਹੜਾ ਬਾਹਰ ਉਹਦੇ ਬੂਹੇ 'ਤੇ ਸੀ। ਜਦੋਂ ਔਰੰਗਜ਼ੇਬ ਆਇਆ ਤੇ ਕੁੱਤਾ ਉਸ ਨੂੰ ਭੌਂਕਣ ਲੱਗਾ, ਕੱਟਣ ਨੂੰ ਪੈਣ ਲੱਗਾ। ਔਰੰਗਜ਼ੇਬ ਕਹਿੰਦਾ ਹੈ ਫਕੀਰਾਂ ਨੂੰ ਕੁੱਤਿਆਂ ਦੀ ਕੀ ਲੋੜ ਹੈ, ਫਕੀਰਾਂ ਨੂੰ ਕੁੱਤੇ ਰੱਖਣ ਦੀ ਕੋਈ ਲੋੜ ਨਹੀਂ, ਇਹ ਕੁੱਤਾ ਕਿਉਂ ਰੱਖਿਆ ਹੋਇਆ, ਮੈਨੂੰ ਭੌਂਕ ਰਿਹਾ ਹੈ। ਅੱਗੋਂ ਸਰਮਦ ਫਕੀਰ ਨੇ ਉੱਤਰ ਦਿੱਤਾ, ਤੇਰੇ ਵਰਗੇ ਹਲਕਾਏ ਕੁੱਤੇ ਵੀ ਆਉਂਦੇ ਨੇ, ਉਹਨਾਂ ਤੋਂ ਬਚਣ ਵਾਸਤੇ ਰੱਖਣਾ ਪੈਂਦਾ ਹੈ। ਹੁਣ ਸਮੇਂ ਦੇ ਬਾਦਸ਼ਾਹ ਨੂੰ ਹਲਕਾਇਆ ਕੁੱਤਾ ਕਹਿਣਾ ਇਹ ਕੋਈ ਆਮ ਬੰਦਾ ਤੇ ਕਹਿ ਨਹੀਂ ਸਕਦਾ, ਇਹ ਕੋਈ ਬੇਪਰਵਾਹ ਹੀ ਕਹਿ ਸਕਦਾ ਹੈ। ਇਹ ਉਹੀ ਕਹਿ ਸਕਦਾ ਹੈ ਜਿਸ ਦੇ ਮਨ ਦੇ ਵਿੱਚ ਉਸ ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਦਾ ਭੈ ਨਹੀਂ, ਜਿਹੜਾ ਕਿ ਉਸ ਅਕਾਲ ਪੁਰਖ ਤੋਂ ਹੀ ਡਰਦਾ ਹੈ, ਹੋਰ ਕਿਸੇ ਤੋਂ ਨਹੀਂ ਡਰਦਾ। ਕਬੀਰ ਜੀ ਤੇ ਕਹਿੰਦੇ ਨੇ ਕਿ ਇਹੋ ਜਿਹੇ ਜਿਹੜੇ ਲੋਕ ਨੇ ਉਹ ਹਮੇਸ਼ਾ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਮੈਂ ਤੇ ਠੀਕ ਹੈ ਉੱਤੋਂ ਬੋਲਦਾ ਚੱਲਦਾ ਹਾਂ, ਸਾਰੇ ਕੰਮਕਾਰ ਕਰਦਾ ਹਾਂ, ਪਰ ਮੇਰਾ ਮਨ ਜਿਹੜਾ ਹੈ ਸਦਾ ਪਰਮਾਤਮਾ ਦੇ ਨਾਲ ਜੁੜਿਆ ਹੈ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸੋ ਮੇਰਾ ਠਾਠਾ ਭਾਗਾ। ਲੋਕਾਂ ਨਾਲ ਜਿਹੜੀ ਮਤਲਬ ਦੀ ਗੱਲ ਹੈ ਮੈਂ ਕਰਦਾ ਹਾਂ, ਹੱਸਦਾ ਵੀ ਹਾਂ, ਪਰ ਮੇਰਾ ਮਨ ਜਿਹੜਾ ਹੈ ਉਸ ਅਕਾਲ ਪੁਰਖ ਦੇ ਨਾਲ ਹਰ ਵੇਲੇ ਜੁੜਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਨੇ ਬਾਹਰ ਸੂਦ ਸਗਲ ਸਿਓ ਮੌਲਾ, ਅਲਪਤ ਰਹੋ ਜੈਸੇ ਜਲ ਮੈਂ ਕੌਲਾ। ਕਹਿੰਦੇ ਬਾਹਰ ਤੇ ਕਿਉਂਕਿ ਸੰਬੰਧ ਨਿਭਾਉਣੇ ਨੇ, ਰਿਸ਼ਤੇ ਨਿਭਾਉਣੇ ਨੇ ਸੰਸਾਰ ਦੇ ਨਾਲ, ਇਸ ਕਰਕੇ ਮੈਂ ਉਹਨਾਂ ਦੇ ਨਾਲ ਸੂਦ ਦੀ ਤਰ੍ਹਾਂ ਪਰੋਇਆ ਹੋਇਆ ਹਾਂ, ਪਰ ਅੰਦਰੋਂ ਮੈਂ ਇਸ ਤਰ੍ਹਾਂ ਹਾਂ ਜਿਵੇਂ ਕਮਲ ਦੇ ਵਿੱਚ, ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ ਹੈ। ਕਮਲ ਦਾ ਫੁੱਲ ਜਲ ਵਿੱਚ ਰਹਿੰਦਿਆਂ ਹੋਇਆ ਵੀ ਕਮਲ ਤੋਂ ਜਲ ਤੋਂ ਅਲੇਪ ਰਹਿੰਦਾ ਹੈ, ਜਲ ਤੋਂ ਉੱਤੇ ਰਹਿੰਦਾ ਹੈ। ਕਹਿੰਦੇ ਨੇ ਸਾਡਾ ਜੀਵਨ ਜਿਹੜਾ ਹੈ ਇਸ ਤਰੀਕੇ ਦਾ ਹੈ। ਮਹਾਰਾਜ ਜਿਹੜੇ ਨੇ ਉਹ ਸਾਨੂੰ ਥਾਂ ਥਾਂ ਦੇ ਉੱਤੇ ਉਪਦੇਸ਼ ਦੇ ਰਹੇ ਨੇ ਕਿ ਅਸੀਂ ਮੋਹ ਮਾਇਆ ਤੋਂ ਉੱਤੇ ਉੱਠ ਕੇ ਇਸ ਸੰਸਾਰ ਦੇ ਪਦਾਰਥਾਂ ਤੋਂ, ਸੰਬੰਧੀਆਂ ਦੇ, ਰਿਸ਼ਤੇਦਾਰੀਆਂ ਦੀ ਮਾਇਆ ਤੋਂ, ਮੋਹ ਤੋਂ ਉੱਤੇ ਉੱਠ ਕੇ ਜਿਹੜਾ ਸਭ ਤੋਂ ਵੱਡਾ ਸੰਬੰਧ ਹੈ ਸਾਡਾ, ਜਿਹੜਾ ਸਭ ਤੋਂ ਨਜ਼ਦੀਕ ਦਾ ਰਿਸ਼ਤਾ ਹੈ ਸਾਡਾ, ਉਸ ਨੂੰ ਪਛਾਣੀਏ। ਹੁਣ ਅਸੀਂ ਪੜ੍ਹਦੇ ਵੀ ਹਾਂ ਬਾਣੀ, ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਪਰ ਮਾਤਾ ਪਿਤਾ ਵਰਗਾ ਪਿਆਰ, ਮਾਤਾ ਪਿਤਾ ਵਰਗਾ ਸੰਬੰਧ ਅਸੀਂ ਸਮਝਦੇ ਨਹੀਂ ਉਸ ਅਕਾਲ ਪੁਰਖ ਦੇ ਨਾਲ, ਉਸ ਨੂੰ ਆਪਣਾ ਕਰਕੇ ਜਾਣਦੇ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਜਿਹੜਾ ਹੈ ਉਹਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਗੁਰਸਿੱਖ ਜਿਹੜਾ ਹੈ ਅੰਦਰੋਂ ਜੁੜਿਆ ਹੋਇਆ, ਉਹ ਬਾਹਰੋਂ ਕਦੀ ਵਿਖਾਵਾ ਕਰਦਾ ਹੀ ਨਹੀਂ। ਉਸ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਕਿਤਨਾ ਸਿਮਰਨ ਕਰਦਾ ਹਾਂ, ਮੈਂ ਕਿਸ ਵੇਲੇ ਉੱਠਦਾ ਹਾਂ, ਮੈਂ ਕਿਤਨਾ ਨਿਤਨੇਮ ਕਰਦਾ ਹਾਂ, ਮੈਂ ਕਿਤਨਾ ਵੱਡਾ ਭਗਤ ਹਾਂ। ਉਹ ਤਾਂ ਹਮੇਸ਼ਾ ਛੁਪਿਆ ਹੀ ਰਹਿੰਦਾ ਹੈ। ਉਸ ਦਾ ਜੀਵਨ ਜਿਹੜਾ ਹੈ ਉਹ ਵੱਖਰਾ ਹੀ ਹੁੰਦਾ ਹੈ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਗੁਰੂ ਦੀ ਸਿੱਖਿਆ ਸੁਣ ਕੇ ਜਿਹੜਾ ਗੁਰੂ ਦਾ ਸਿੱਖ ਹੈ ਅੰਦਰੋਂ ਇੰਨਾ ਸਿਆਣਾ ਹੈ, ਉਹਨੂੰ ਪਤਾ ਹੈ ਮੇਰਾ ਜੀਵਨ ਕੀ ਹੈ, ਕਿਵੇਂ ਮੈਂ ਉਸ ਅਕਾਲ ਪੁਰਖ ਦੀ ਆਰਾਧਨਾ ਕਰਨੀ ਹੈ, ਕਿਵੇਂ ਮੈਂ ਉਸ ਨੂੰ ਯਾਦ ਰੱਖਣਾ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਬਾਹਰੋਂ ਭੋਲਾ ਹੈ, ਉਹ ਬਾਹਰੋਂ ਕਿਸੇ ਨੂੰ ਕੋਈ ਵਿਖਾਵਾ ਨਹੀਂ ਕਰਦਾ। ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੇ ਹੀ ਬੋਲਾ। ਕਹਿੰਦੇ ਨੇ ਸ਼ਬਦ ਅਤੇ ਸੁਰਤ ਦੇ ਨਾਲ ਆਪਣੀ ਜੋੜ ਕੇ, ਸ਼ਬਦ ਦੇ ਨਾਲ ਆਪਣੀ ਲਿਵ ਨੂੰ ਜੋੜ ਕੇ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਉਸ ਨਾਲ ਜੋੜ ਕੇ ਰੱਖਦਾ ਹੈ ਅਤੇ ਫਾਲਤੂ ਦੀਆਂ ਗੱਲਾਂ ਸੁਣਦਾ ਹੀ ਨਹੀਂ। ਇੰਜ ਹੋ ਜਾਂਦਾ ਹੈ ਜਿਵੇਂ ਬੋਲਾ ਹੋਵੇ। ਸੰਸਾਰ ਦੀਆਂ ਜਿਹੜੀਆਂ ਵਾਧੂ ਗੱਲਾਂ ਨੇ, ਜਿਹੜੀਆਂ ਮਨ ਨੂੰ ਭਟਕਾਉਣ ਵਾਲੀਆਂ ਗੱਲਾਂ ਨੇ,
ਉਹ ਗੁਰਸਿੱਖ ਨਹੀਂ ਸੁਣਦਾ। ਮਹਾਰਾਜ ਤੇ ਕਹਿੰਦੇ ਨੇ, ਮੇਰੇ ਮੋਹਨ ਸਵਰਣੀ ਇਹ ਨਾ ਸੁਣਾਏ, ਸਾਕਤ ਗੀਤ ਨਾ ਧੁਨ ਗਾਵਤ ਬੋਲਤ ਬੋਲ ਆ ਜਾਏ। ਕਹਿੰਦੇ ਨੇ, ਇਹ ਮੇਰੇ ਪ੍ਰਮਾਤਮਾ, ਮੈਨੂੰ ਜਿਹੜਾ ਹੈ ਇਹੋ ਜਿਹੀਆਂ ਚੀਜ਼ਾਂ ਨਾ ਦਿਖਾ ਤੇ ਨਾ ਸੁਣਾ ਜਿਸ ਦੇ ਨਾਲ ਮੇਰਾ ਮਨ ਡੋਲੇ। ਪਰ ਅਸੀਂ ਆਪਣੇ ਜੀਵਨ ਵੱਲ ਵੀ ਝਾਤ ਮਾਰ ਕੇ ਵੇਖੀਏ, ਕੀ ਕੁਝ ਸੁਣਦੇ ਹਾਂ, ਕੀ ਕੁਝ ਵੇਖਦੇ ਹਾਂ। ਜੇ ਸਾਰਾ ਦਿਨ ਪ੍ਰਲਾਪ ਸੁਣਦੇ ਨੇ ਟੀਵੀ ਦੇ, ਝੂਠੇ ਸੀਰੀਅਲ ਦੇਖਣੇ ਨੇ, ਝੂਠੇ ਡਾਂਸ ਦੇਖਣੇ ਨੇ, ਫਾਲਤੂ ਦੀਆਂ ਗੱਲਾਂ ਪਰ ਨਿੰਦਾ ਸੁਣਨੀ ਹੈ, ਤੇ ਫਿਰ ਮਨ ਜਿਹੜਾ ਹੈ ਪਵਿੱਤਰ ਨਹੀਂ ਹੋਏਗਾ, ਮਨ ਟਿਕੇਗਾ ਨਹੀਂ। ਮਨ ਜਿਹੜਾ ਹੈ ਸਾਡਾ ਮੈਲੇ ਦਾ ਮੈਲਾ ਹੀ ਰਹੇਗਾ ਅਤੇ ਹੋਰ ਮੈਲਾ ਹੁੰਦਾ ਜਾਏਗਾ, ਕਿਉਂਕਿ ਸੰਸਾਰ ਦੇ ਵਿੱਚ ਮੈਲ ਬੜੀ ਹੈ, ਮੈਲ ਦਾ ਹੀ ਪ੍ਰਚਾਰ ਹੋ ਰਿਹਾ ਹੈ। ਪਾਪ ਬਹੁਤ ਹੈ, ਪਾਪ ਦਾ ਹੀ ਪ੍ਰਚਾਰ ਹੋ ਰਿਹਾ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਜਿਹੜਾ ਗੁਰਸਿੱਖ ਹੈ ਉਹ ਤੇ ਦਰਸ਼ਨ ਕਰਨਾ ਚਾਹੁੰਦਾ ਹੈ ਸੰਗਤ ਦੇ। ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਬੋਲਾ। ਸਤਿਗੁਰਾਂ ਦੇ ਦਰਸ਼ਨਾਂ ਦੀ ਚਾਹ ਰੱਖਦਾ ਹੈ ਅਤੇ ਸਤਸੰਗਤ ਦੇ ਦਰਸ਼ਨਾਂ ਦੇ ਵਿੱਚੋਂ ਗੁਰੂ ਦੇ ਦਰਸ਼ਨ ਕਰਦਾ ਹੈ, ਅਤੇ ਨਹੀਂ ਤੇ ਉਸ ਤੋਂ ਬਿਨਾਂ ਆਪਣੇ ਆਪ ਨੂੰ ਅੰਨਾ ਤੇ ਕਾਣਾ ਹੀ ਸਮਝਦਾ ਹੈ। ਅਤੇ ਫਿਰ ਭਾਈ ਸਾਹਿਬ ਕਹਿੰਦੇ ਨੇ, ਵਾਹਿਗੁਰੂ ਗੁਰੂ ਸ਼ਬਦ ਲੈ ਪਰਮ ਪਿਆਲਾ ਚੁੱਪ ਚਪੋਲਾ। ਵਾਹਿਗੁਰੂ ਗੁਰ ਸ਼ਬਦ ਜਿਹੜਾ ਹੈ, ਜਿਹੜਾ ਸਾਡਾ ਗੁਰਮੰਤਰ ਹੈ, ਉਸ ਦਾ ਸਿਮਰਨ ਕਰਦਾ ਹੈ, ਉਸ ਦਾ ਜਾਪ ਕਰਦਾ ਹੈ ਅਤੇ ਚੁੱਪ ਚੁਪੀਤੇ ਹੀ ਕਰਦਾ ਹੈ। ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਕਿਸੇ ਨੂੰ ਵਿਖਾਵਾ ਕਰਨ ਦੀ ਲੋੜ ਨਹੀਂ। ਕਈ ਵਾਰੀ ਮਨੁੱਖ ਜਦੋਂ ਇਸ ਲਾਈਨ ਤੇ ਤੁਰਦਾ ਵੀ ਹੈ, ਇਸ ਰਸਤੇ ਤੇ ਤੁਰਦਾ ਵੀ ਹੈ, ਤੇ ਬੜੀ ਛੇਤੀ ਉਸ ਨੂੰ ਹੰਕਾਰ ਵੀ ਘੇਰ ਲੈਂਦਾ ਹੈ। ਜੀਵਨ ਚੰਗੇ ਪਾਸੇ ਲੱਗਿਆ ਹੈ, ਪਰ ਕੁਝ ਟਾਈਮ ਸਿਮਰਨ ਕਰਦਿਆਂ ਕਰਦਿਆਂ, ਕੁਝ ਟਾਈਮ ਨਿਤਨੇਮ ਕਰਦਿਆਂ ਕਰਦਿਆਂ ਕਿਸੇ ਵੇਲੇ ਮਨ ਦੇ ਵਿੱਚ ਇਹ ਭਾਵ ਆ ਹੀ ਜਾਂਦਾ ਹੈ, ਮੈਂ ਤੇ ਬਹੁਤ ਵੱਡਾ ਭਗਤ ਹੋ ਗਿਆ, ਇਤਨਾ ਸਿਮਰਨ ਕਰਦਾ ਹਾਂ, ਇਤਨਾ ਕੁਝ ਕਰਦਾ ਹਾਂ, ਦੂਜੇ ਕੀ ਕਰਦੇ ਨੇ। ਜਿਸ ਵੇਲੇ ਮਨ ਦੇ ਵਿੱਚ ਇਹ ਭਾਵਨਾ ਆ ਗਈ, ਸਮਝ ਲਓ ਤੁਹਾਡਾ ਕੀਤਾ ਕਰਤਾ ਵਿਰਥ ਹੋ ਗਿਆ। ਜੋ ਕੁਝ ਤੁਸੀਂ ਕਾਲਨਾ ਕਾਲ ਰਹੇ ਹੋ, ਉਹ ਕਾਲਨਾ ਤੁਹਾਡੀ ਵਿਅਰਥ ਹੋ ਗਈ, ਕਿਉਂਕਿ ਜਿੱਥੇ ਹੰਕਾਰ ਆ ਗਿਆ ਉੱਥੇ ਫਿਰ ਨਾਮ ਵਸਦਾ ਨਹੀਂ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਬਸਾਂ ਇੱਕ ਥਾਂ। ਹਉਮੈ ਜਿਹੜਾ ਹੈ ਉਸ ਨੂੰ ਥਾਂ ਹੀ ਨਹੀਂ ਹੋਣੀ ਚਾਹੀਦੀ। ਅਸਲ ਦੇ ਵਿੱਚ ਨਾਮ ਸਿਮਰਨ ਕਰਕੇ, ਬਾਣੀ ਪੜ੍ਹ ਕੇ ਹਉਮੈ ਦਾ ਨਾਸ ਹੋਣਾ ਚਾਹੀਦਾ ਹੈ। ਮਨ ਦੇ ਵਿੱਚ ਨਿਰਮਾਣਤਾ ਆਉਣੀ ਚਾਹੀਦੀ ਹੈ। ਵਿਖਾਵਾ ਕਰਨ ਦੀ ਮਨ ਦੇ ਵਿੱਚ ਭਾਵਨਾ ਹੀ ਨਹੀਂ ਹੋਣੀ ਚਾਹੀਦੀ। ਮਨੁੱਖ ਨੂੰ ਉਸ ਆਪਣੇ ਆਪ ਨੂੰ ਨੀਵਾਂ ਬਣਾ ਕੇ ਰੱਖਣਾ ਚਾਹੀਦਾ ਹੈ। ਸਤਿਗੁਰਾਂ ਨੇ ਬੜਾ ਉਪਦੇਸ਼ ਦਿੱਤਾ ਹੈ ਸਾਨੂੰ ਕਿਵੇਂ ਜੀਵਨ ਵਿੱਚ ਵਿਚਰਨਾ ਹੈ। ਜੇ ਸਿਮਰਨ ਵੀ ਕਰਨਾ ਹੈ, ਪਾਠ ਪੂਜਾ ਵੀ ਕਰਨੀ ਹੈ, ਬਾਣੀ ਵੀ ਪੜ੍ਹਨੀ ਹੈ, ਤੇ ਕਿਵੇਂ ਪੜ੍ਹਨੀ ਹੈ। ਮਹਾਰਾਜ ਕਹਿੰਦੇ ਨੇ, ਇਹੋ ਜਿਹੇ ਲੋਕ ਜਿਹੜੇ ਨੇ ਉਹੀ ਅਸਲ ਦੇ ਵਿੱਚ ਸਤਿਗੁਰ ਉਸ ਅਕਾਲ ਪੁਰਖ ਦੇ ਦਰਬਾਰ 'ਤੇ ਪ੍ਰਵਾਨ ਨੇ। ਅਤੇ ਉਹਨਾਂ ਦੀ ਜੀਵਨ ਦੀ ਅਵਸਥਾ ਕੀ ਹੁੰਦੀ ਹੈ, ਅੱਗੇ ਮਹਾਰਾਜ ਕਹਿ ਰਹੇ ਨੇ, ਰੰਗ ਹਸੈ ਰੰਗ ਰੋਵੈ ਚੁੱਪ ਵੀ ਕਰ ਜਾਏ। ਕਹਿੰਦੇ ਨੇ ਜਿਹੜੇ ਪਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਨੇ, ਕਿਸੇ ਵੇਲੇ ਮਨ ਦੀ ਮੌਜ ਹੁੰਦੀ ਹੈ, ਹੱਸਦੇ ਨੇ, ਕਿਸੇ ਵੇਲੇ ਰੋਂਦੇ ਵੀ ਨੇ ਉਹਦੇ ਪਿਆਰ ਦੇ ਵਿੱਚ, ਅਤੇ ਕਿਸੇ ਵੇਲੇ ਚੁੱਪ ਵੀ ਕਰ ਜਾਂਦੇ ਨੇ। ਅਤੇ ਮਹਾਰਾਜ ਕਹਿੰਦੇ ਨੇ, ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾਏ। ਸੰਸਾਰ ਦੇ ਵਿੱਚੋਂ ਕਿਸੇ ਦੀ ਪਰਵਾਹੀ ਨਹੀਂ ਕਰਦੇ। ਉਹ ਇਹ ਨਹੀਂ ਕਹਿੰਦੇ ਕਿ ਦੁਨੀਆ ਕੀ ਕਹੇਗੀ, ਲੋਕੀ ਮੈਨੂੰ ਕੀ ਆਖਣਗੇ। ਜੇ ਮੈਂ ਫੈਸ਼ਨ ਨਹੀਂ ਕਹਾਂਗਾ, ਦੁਨੀਆ ਮੈਨੂੰ ਕੀ ਕਹੇਗੀ। ਜੇ ਮੈਂ ਦੁਨੀਆ ਦੇ ਹਿਸਾਬ ਨਾਲ ਨਹੀਂ ਚੱਲਾਂਗਾ, ਦੁਨੀਆ ਮੈਨੂੰ ਕੀ ਕਹੇਗੀ। ਉਹ ਨਹੀਂ ਪਰਵਾਹ ਕਰਦੇ। ਜਿਹੜੇ ਦੁਨੀਆ ਦੀ ਪਰਵਾਹ ਕਰਦੇ ਨੇ, ਉਹਦੇ ਰੱਬ ਦੇ ਰਸਤੇ 'ਤੇ ਤੁਰ ਹੀ ਨਹੀਂ ਸਕਦੇ। ਫੈਸ਼ਨ ਨੇ ਸਾਨੂੰ ਮਾਰਿਆ। ਸਾਡੇ ਬੱਚੇ, ਸਾਡੇ ਨੌਜਵਾਨ ਜਿਹੜੇ ਸਿੱਖੀ ਤੋਂ ਦੂਰ ਜਾ ਰਹੇ ਨੇ, ਜਿਹੜੇ ਕੇਸ ਕਤਲ ਕਰਦੇ ਨੇ, ਜਿਨ੍ਹਾਂ ਨੇ ਗੁਰੂ ਦਾ ਮਾਰਗ ਛੱਡ ਦਿੱਤਾ ਹੈ, ਫੈਸ਼ਨ ਦੇ ਮਾਰੇ ਹੋਏ ਨੇ। ਦੁਨੀਆ ਨੂੰ ਦਿਖਾਉਣ ਵਾਸਤੇ, ਦੁਨੀਆ ਸਾਨੂੰ ਕੀ ਕਹੇਗੀ ਇਹ ਕਰਨ ਵਾਸਤੇ ਉਹਨਾਂ ਨੇ ਜਿਹੜਾ ਜੀਵਨ ਦਾ ਅਸਲ ਮਾਰਗ ਹੈ ਛੱਡ ਹੀ ਦਿੱਤਾ, ਦੂਜੇ ਪਾਸੇ ਤੁਰ ਪਏ ਨੇ। ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨੇ, ਲੋਕਾਂ ਨੂੰ ਦਿਖਾਉਣ ਵਾਸਤੇ, ਜੇ ਸਤਿਗੁਰਾਂ ਨੇ ਉਪਦੇਸ਼ ਕੀਤਾ ਹੈ ਅੰਮ੍ਰਿਤ ਛਕ ਕੇ ਰਹਿਤ ਰੱਖਣੀ ਹੈ, ਰੋਮਾਂ ਦੀ ਬੇਅਦਬੀ ਨਹੀਂ ਕਰਨੀ ਹੈ, ਤੇ ਫਿਰ ਉਹਨਾਂ ਨੂੰ ਲੱਗਦਾ ਹੈ ਫੈਸ਼ਨ ਕਿਵੇਂ ਕਰਾਂਗੇ ਅਸੀਂ। ਪਰਵਾਹ ਹੈ ਨਾ ਦੁਨੀਆ ਦੀ, ਪਰ ਨਹੀਂ। ਜੇ ਧਰਮ ਦੇ ਮਾਰਗ 'ਤੇ ਤੁਰਨਾ ਹੈ, ਜੇ ਅਕਾਲ ਪੁਰਖ ਦੇ ਮਾਰਗ 'ਤੇ ਤੁਰਨਾ ਹੈ, ਜੇ ਗੁਰੂ ਦੇ ਮਾਰਗ 'ਤੇ ਤੁਰਨਾ ਹੈ, ਤੇ ਫਿਰ ਸਾਨੂੰ ਇਹ ਪਰਵਾਹ ਛੱਡਣੀ ਪਏਗੀ। ਜੇ ਪਰਵਾਹ ਕਰਨੀ ਹੈ ਤੇ ਗੁਰੂ ਦੀ ਪਰਵਾਹ ਕਰਨੀ ਹੈ। ਜੇ ਪਰਵਾਹ ਕਰਨੀ ਹੈ ਉਸ ਅਕਾਲ ਪੁਰਖ ਦੀ ਪਰਵਾਹ ਕਰਨੀ ਹੈ।
ਹੋਰ ਕਿਸੇ ਦੀ ਪਰਵਾਹ ਕਰਕੇ ਅਸੀਂ ਆਪਣੇ ਜੀਵਨ ਨੂੰ ਸਫਲ ਨਹੀਂ ਕਰ ਸਕਦੇ। ਅੱਗੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਦਰਵਾਟ ਉੱਪਰ ਖਰਚ ਮੰਗਾ ਜਬੈ ਦੇ ਤਾਂ ਖਾਏ। ਕਹਿੰਦੇ ਨੇ ਇਹੋ ਜਿਹੇ ਗੁਰਮੁਖ ਜਿਹੜੇ ਨੇ ਉਸ ਅਕਾਲ ਪੁਰਖ ਦੇ ਮਾਰਗ 'ਤੇ ਤੁਰਦਿਆਂ ਹੋਇਆਂ ਉਸ ਦੇ ਕੋਲੋਂ ਹੀ ਸਭ ਕੁਝ ਮੰਗਦੇ ਨੇ, ਉਸ ਦੇ ਕੋਲੋਂ ਹੀ ਆਪਣੇ ਜੀਵਨ ਦੇ ਆਪਣ ਵਾਸਤੇ, ਜੀਵਨ ਗੁਜ਼ਾਰਨ ਵਾਸਤੇ ਨਾਮ ਦੀ ਮੰਗ ਕਰਦੇ ਨੇ, ਪਦਾਰਥਾਂ ਦੀ ਮੰਗ ਕਰਦੇ ਨੇ। ਜਦੋਂ ਅਕਾਲ ਪੁਰਖ ਦੇ ਦਿੰਦਾ ਹੈ ਖਾ ਲੈਂਦੇ ਨੇ, ਨਹੀਂ ਤੇ ਮਸਤ ਰਹਿੰਦੇ ਨੇ। ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਮਹਾਰਾਜ ਕਹਿੰਦੇ ਨੇ ਦੇਖੋ ਉਸ ਅਕਾਲ ਪੁਰਖ ਦਾ ਜਿਹੜਾ ਦਰਬਾਰ ਹੈ ਇੱਕੋ ਹੀ ਹੈ, ਅਤੇ ਜਿਹੜੀ ਉਸ ਦੀ ਕਰਮਾਂ ਨੂੰ ਲਿਖਣ ਵਾਲੀ ਕਲਮ ਹੈ, ਹਿਸਾਬ ਕਰਨ ਵਾਲੀ ਕਲਮ ਹੈ, ਲੇਖਾ ਕਰਨ ਵਾਲੀ ਕਲਮ ਹੈ, ਉਹ ਵੀ ਉਹਦੇ ਹੱਥ ਵਿੱਚ ਇੱਕੋ ਹੀ ਹੈ। ਹਮਾ ਤੁਮਾ, ਮੈਂ ਤੇ ਤੁਸੀਂ, ਅਸੀਂ ਤੇ ਤੁਸੀਂ, ਸਾਰਿਆਂ ਦਾ ਉੱਥੇ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਉਹਦੇ ਸਾਹਮਣੇ ਮੇਲ ਹੁੰਦਾ ਹੈ, ਪੇਸ਼ੀ ਹੁੰਦੀ ਹੈ। ਅਤੇ ਜਿਨ੍ਹਾਂ ਦੇ ਕਰਮ ਚੰਗੇ ਨਹੀਂ ਹੁੰਦੇ, ਜਿਹੜੇ ਕਿ ਇੱਥੇ ਮਾੜੇ ਕਰਮ ਕਰਦੇ ਨੇ, ਲੋਕਾਂ ਨੂੰ ਠੱਗਦੇ ਨੇ, ਪਖੰਡ ਕਰਦੇ ਨੇ, ਉਹਨਾਂ ਨਾਲ ਫਿਰ ਮਹਾਰਾਜ ਕਹਿੰਦੇ ਨੇ ਦਰ ਦਰ ਲੈ ਲੇਖਾ ਪੀੜ ਛੁੱਟੈ ਨਾਨਕਾ ਜਿਉ ਤੇਲ। ਕਹਿੰਦੇ ਨੇ ਫਿਰ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਸਜ਼ਾ ਇਵੇਂ ਮਿਲਦੀ ਹੈ ਜਿਵੇਂ ਕਿ ਕੋਲੂ ਦੇ ਵਿੱਚ ਤਿਲਾਂ ਨੂੰ ਪੀਸਿਆ ਜਾਂਦਾ ਹੈ, ਪੀੜ ਕੇ ਉਹਨਾਂ ਦਾ ਤੇਲ ਕੱਢਿਆ ਜਾਂਦਾ ਹੈ। ਇਹੋ ਜਿਹੀਆਂ ਸਜ਼ਾ ਉਹਨਾਂ ਨੂੰ ਮਿਲਦੀਆਂ ਨੇ, ਇਹੋ ਜਿਹੇ ਦੁੱਖ ਉਹਨਾਂ ਨੂੰ ਮਿਲਦੇ ਨੇ। ਅੱਗੇ ਪੌੜੀ ਵਿੱਚ ਸਤਿਗੁਰ ਬਖਸ਼ਿਸ਼ ਕਰ ਰਹੇ ਨੇ, ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਧਾਰੀਐ। ਅਕਾਲ ਪੁਰਖ ਦੀ ਮਹਿਮਾ ਕਰ ਰਹੇ ਨੇ ਸਤਿਗੁਰੂ, ਹੇ ਵਾਹਿਗੁਰੂ ਤੂੰ ਆਪ ਹੀ ਬਖਸ਼ਿਸ਼ ਕਰਕੇ ਇਹ ਸੰਸਾਰ ਜਿਹੜਾ ਹੈ ਉਹ ਪਾਇਆ ਹੈ, ਸੰਸਾਰ ਦੀ ਰਚਨਾ ਕੀਤੀ ਹੈ, ਅਤੇ ਆਪਣੀ ਸ਼ਕਤੀ ਪਾ ਕੇ, ਆਪਣਾ ਬਲ ਪਾ ਕੇ ਸੰਸਾਰ ਦੇ ਵਿੱਚ ਜੀਵਨ ਪਾਇਆ ਹੈ। ਜੋ ਕੁਝ ਜੀਵਨ ਅਸੀਂ ਵੇਖ ਰਹੇ ਹਾਂ ਸੰਸਾਰ ਵਿੱਚ, ਇਹੀ ਅਕਾਲ ਪੁਰਖ ਦਾ ਰੂਪ ਹੈ। ਇਹ ਜੀਵਨ ਹੀ ਅਕਾਲ ਪੁਰਖ ਦਾ ਅੰਸ਼ ਹੈ। ਜਿਸ ਦਿਨ ਉਸ ਦਾ ਅੰਸ਼ ਚਲਾ ਜਾਂਦਾ ਹੈ, ਜੀਵਨ ਸਮਾਪਤ ਹੋ ਜਾਂਦਾ ਹੈ। ਅਕਾਲ ਪੁਰਖ ਨੂੰ ਲੱਭਣਾ ਹੈ ਤੇ ਜੀਵਨ ਦੇ ਵਿੱਚੋਂ ਲੱਭੋ। ਜੇ ਜੀਵਨ ਨੂੰ ਅਸੀਂ ਅਕਾਲ ਪੁਰਖ ਨਹੀਂ ਸਮਝਿਆ ਤੇ ਫਿਰ ਅਸੀਂ ਅਕਾਲ ਪੁਰਖ ਨੂੰ ਪਛਾਣ ਹੀ ਨਹੀਂ ਸਕਦੇ। ਇਸੇ ਵਾਸਤੇ ਮਹਾਰਾਜ ਕਹਿੰਦੇ ਨੇ ਕਿ ਸਾਰਿਆਂ ਵਿੱਚ ਉਸੇ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਆਪਣੀ ਕਲ ਜਿਹੜੀ ਹੈ, ਆਪਣੀ ਸੱਤਾ ਅਕਾਲ ਪੁਰਖ ਨੇ ਇੱਥੇ ਧਾਰੀ ਰੱਖੀ ਹੈ। ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ। ਕਹਿੰਦੇ ਨੇ ਉਹ ਅਕਾਲ ਪੁਰਖ ਜਿਹੜਾ ਹੈ ਉਸ ਨੇ ਆਪਣੀ ਸੰਰਚਨਾ ਰਚਨੀ ਹੈ, ਸਾਰੇ ਜੀਵਾਂ ਨੂੰ ਉਹ ਦੇਖ ਰਿਹਾ ਹੈ, ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਭਾਵੇਂ ਕੋਈ ਕੱਚਾ ਹੈ, ਭਾਵੇਂ ਕੋਈ ਪੱਕਾ ਹੈ। ਸਾਰਿਆਂ ਦਾ ਅਰਥ ਕੁਝ ਵਿਦਵਾਨਾਂ ਨੇ ਕੀਤਾ ਹੈ, ਜਿਹੜੀਆਂ ਨਰਦਾਂ ਹੁੰਦੀਆਂ ਨੇ, ਜਿਹੜਾ ਚੌਪੜ ਦਾ ਖੇਲ ਹੁੰਦਾ ਹੈ, ਉਸ ਦੇ ਵਿੱਚ ਕਹਿੰਦੇ ਨੇ ਖੇਲ ਉਸ ਅਕਾਲ ਪੁਰਖ ਨੇ ਰਚਿਆ ਹੈ। ਹੁਣ ਇਸ ਵਿੱਚ ਕੁਝ ਕੱਚੇ ਵੀ ਰਚ ਦਿੱਤੇ, ਕੁਝ ਪੱਕੇ ਰਚ ਦਿੱਤੇ, ਕੁਝ ਚੰਗੇ ਬਣਾ ਦਿੱਤੇ, ਕੁਝ ਮਾੜੇ ਬਣਾ ਦਿੱਤੇ, ਪਰ ਉਹ ਅਕਾਲ ਪੁਰਖ ਆਪ ਹੀ ਸਾਰਾ ਖੇਲ ਚਲਾ ਰਿਹਾ ਹੈ, ਆਪ ਹੀ ਸਾਰਾ ਖੇਲ ਦੇਖ ਰਿਹਾ ਹੈ। ਅਤੇ ਮਹਾਰਾਜ ਕਹਿੰਦੇ ਨੇ ਫਿਰ ਅਖੀਰ ਦੇ ਵਿੱਚ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ। ਕਹਿੰਦੇ ਨੇ ਅਖੀਰ ਦੇ ਵਿੱਚ ਭਾਵੇਂ ਕੋਈ ਕੱਚਾ ਹੈ, ਭਾਵੇਂ ਕੋਈ ਪੱਕਾ ਹੈ, ਸਾਰਿਆਂ ਨੇ ਇਹ ਸੰਸਾਰ ਤੋਂ ਤੁਰ ਜਾਣਾ ਹੈ, ਚੱਲੇ ਜਾਣਾ ਹੈ, ਕਿਉਂਕਿ ਵਾਰੀ ਤੇ ਸਾਰਿਆਂ ਦੀ ਆਣੀ ਹੈ। ਹਮੇਸ਼ਾ ਕਿਸੇ ਨੇ ਵੀ ਨਹੀਂ ਰਹਿਣਾ। ਬਾਬਾ ਫਰੀਦ ਤੇ ਕਹਿੰਦੇ ਨੇ ਕਫਨ ਜਿਹੜਾ ਹੁੰਦਾ ਹੈ, ਜਿਹੜਾ ਸਾਡਾ ਜਿਸ ਦੇ ਵਿੱਚ ਮਰਨ ਦੇ ਵੇਲੇ ਬੰਦੇ ਨੂੰ ਲਪੇਟਿਆ ਜਾਂਦਾ ਹੈ, ਕਈ ਜਗ੍ਹਾ ਉਸ ਦੇ ਵਿੱਚ ਸਿੱਤਿਆ ਵੀ ਜਾਂਦਾ ਹੈ, ਉਸ ਨੂੰ ਤੋਪੇ ਵੀ ਲਾਏ ਜਾਂਦੇ ਨੇ। ਉਸ ਦਾ ਜ਼ਿਕਰ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਖਿੰਤੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ। ਕਹਿੰਦੇ ਨੇ ਕਫਨ ਨੂੰ ਭਾਵੇਂ ਜਿੰਨੀਆਂ ਮਰਜ਼ੀ ਤੋਪੇ ਲਾ ਲਓ, ਜਿੰਨੀਆਂ ਮਰਜ਼ੀ ਤੁਸੀਂ ਕਿੱਲਾ ਲਾ ਲਓ, ਪਰ ਜਿਹੜੀ ਤੁਹਾਡੀ ਆਤਮਾ ਹੈ, ਜਿੰਦ ਹੈ, ਉਸ ਨੂੰ ਕੋਈ ਬੰਨ੍ਹ ਕੇ ਰੱਖ ਨਹੀਂ ਸਕਦਾ, ਉਸ ਨੂੰ ਕੋਈ ਸੀ ਨਹੀਂ ਸਕਦਾ, ਉਸ ਨੂੰ ਕੋਈ ਰੋਕ ਨਹੀਂ ਸਕਦਾ। ਜਦੋਂ ਸਮਾਂ ਆਏਗਾ ਉਸ ਨੇ ਚੱਲੇ ਹੀ ਜਾਣਾ ਹੈ, ਕਿਉਂਕਿ ਅਨੇਕ ਜਤਰ ਕਰ ਕਾਲ ਸੰਧਾਏ ਮਰਨ ਲਿਖਾਏ ਮੰਡਲ ਮੈਂ ਆਏ। ਅਸੀਂ ਭਾਵੇਂ ਜਿਤਨਾ ਮਰਜ਼ੀ ਯਤਨ ਕਰ ਲਈਏ ਕਾਲ ਤੋਂ ਬਚਣ ਦਾ, ਪਰ ਮਹਾਰਾਜ ਕਹਿੰਦੇ ਨੇ ਜਿਹੜਾ ਸਾਡਾ ਮਰਨ ਦਾ ਵੇਲਾ ਹੈ, ਜਿਹੜੀ ਮਰਨ ਦੀ ਤਾਰੀਖ ਹੈ, ਜੋ ਮਰਨ ਦਾ ਸਮਾਂ ਉਹ ਤਾਂ ਸਾਡਾ ਪਹਿਲਾਂ ਹੀ ਲਿਖਿਆ ਹੋਇਆ, ਲਿਖਵਾ ਕੇ ਆਏ ਹਾਂ ਅਸੀਂ ਉੱਥੇ, ਅਤੇ ਰਿਹਾ ਤੇ ਕੋਈ ਵੀ ਨਹੀਂ। ਭਾਵੇਂ ਕਿੰਨਾ ਵੱਡਾ ਕੋਈ ਸ਼ਕਤੀਸ਼ਾਲੀ ਹੋਵੇ। ਰਾਵਣ ਕਹਿੰਦਾ ਸੀ ਮੈਂ ਕਾਲ ਨੂੰ ਆਪਣੇ ਪਾਵੇ ਨਾਲ ਬੰਨਿਆ ਹੈ, ਉਹ ਕਹਿੰਦਾ ਸੀ ਸਾਰਾ ਕੁਝ ਮੇਰੇ ਵੱਸ ਹੈ, ਪਰ ਚੱਲਾ ਤੇ ਉਹ ਵੀ ਗਿਆ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ
राम गयो रावण गयो जाको बहु परवार, कहो नानक थिर कछ नहीं सुपने जो संसार। इस संसार दे विच जिसने आया है उसने एक दिन जरूर चले जाना है। पर महाराज आखिर विच उपदेश कर रहे ने कि जे जाना ही है, जे उस अकाल पुरख ने सानू प्राण दिते ही ने, जिसके जी प्राण है क्यों साहिब मनो विसारिए। कहते ने जदों तक साडे विच प्राण ने उस अकाल पुरख दे दिते होए उस परमात्मा नू असीं भुलीए ना, उस नू कदे भी विसरीए ना, उस नू याद रखीए। अरदास करिए विसर नहीं दातार, अपना नाम देओ गुण गावां दिन रात, नानक चावेओ। महाराज अखीर विच बख्शिश कर रहे ने, आपन हथी अपना आपे ही काज सवारी है। होर कोई साडी इहदे च मदद नहीं करेगा, कोई दूजा आके सानू उस बन्ने नहीं लाएगा, कोई दूजा आके सानू बिठा के सिमरन नहीं कराएगा, किसी होर ने सानू जबरदस्ती बिठा के अमृत वेले नहीं उठाना, नितनेम नहीं जपाना। ये काम तो असी आप ही करना है, अपने आप ही करना है, अपने हत्थां नाल ही करना है। महाराज कहते हैं ये अपना काम संवार लो, क्योंकि पता नहीं जीवन कितना है, कदों तक ये श्वासां की लड़ी साडी चल रही है। एक एक श्वास घटदा है, साडा जीवन छोटा हुंदा जांदा है। भावें संसार विच लोग कहते हैं असी वड्डे हो रहे हाँ, पर मस्कीन जी की ये गल मैनूं याद आती है। वो हमेशा कहते सी मनुख नूं लगता है मैं वड्डा हो रहा, असल दे विच दिन दिन छोटा ही हो रहा है। जननी जान है सुत बड़ा होत है, इतना ना जान है जिन दिन दिन औद घटत है। हर दिन हर क्षण हर पल असी छोटे हो रहे हाँ। श्वासा की जितनी पूंजी है वो साडी घटती जा रही है। एक श्वास निकलता है, असी एक श्वास तो छोटे हो जाने हाँ। साडा जीवन छोटा हुंदा जा रहा है। जो कुछ भी जीवन बचिया है इसनूं संवारन दा यतन करिए, अपने आप नूं गुरु उपदेश नाल जोड़न दा यतन करिए। दुनिया की परवाह ना करिए लोकी की कहणगे, परवाह करनी है अपने गुरु की, परवाह करनी है अकाल पुरख की। नाम सिमरन नाल जुड़िए, सत्संगत विच आके सतगुरां दे उपदेश नूं सुन के अपने जीवन नूं निर्मल बनाउण दा यतन करिए। देखो असी कोशिश कर सकते हाँ, कोशिश करना साडा फर्ज भी है, पर सानू अपने आप नाल कदे कदे सवाल भी करना चाहिए है कि मेरी कोशिश कुछ रंग लिया रही है कि नहीं लिया रही, कुछ मेरे जीवन दे विच तब्दीली आ रही है कि नहीं आ रही, कोई चेंज आ रही है कि नहीं आ रही। जे 60 साल की उम्र हो गई, 70 साल की उम्र हो गई, अजे भी जीवन उस तरीके दे नाल चल रहा है, इसका अर्थ है साडा यतन कोई सार्थक नहीं। जां तो यतन किया ही नहीं, जे यतन किया भी है तो ठीक नहीं किया। जीवन जिहड़ा है किसी वेले भी समाप्त हो सकता है। सो अपने मन दे विच रोज़ झाती मारनी है। रात नूं सौण तो पहला एक बार ये विचार जरूर कर लईए अज दिन दे विच की कुछ कीता है, कुछ ऐसा भी कीता है जिहड़ा मेरा अगे काम आएगा, जिहड़ी मेरी पूंजी अगे मैनूं साथ देगी, जिस दे करके कि मैं उस अकाल पुरख दे दरबार दे विच सुरखरू होवांगा, उत्थे मेरा छुटकारा होएगा। इन्हां गल्लां वाल ध्यान देण दी बड़ी लोड़ है। पाठ करिए, कीर्तन सुनिए, सिमरन करिए, सारा कुछ करिए, पर अपने मन नूं रोज़ घोक के देखिए। बंदे खोज दिल हर रोज़, फिर ना परेशानी माए। भगत कबीर जी के बचन ने, जे रोज़ खोजांगे फिर परेशानी नहीं होएगी। अपने आप नूं महसूस होएगा जिस रस्ते ते तुर रहे हाँ वो रस्ता जिहड़ा है मेरे जीवन का रस्ता नहीं, रस्ता बदलण दी लोड़ है। रस्ता बदलांगे जीवन की तब्दीली आएगी। सतगुर बख्शिश करन, किरपा करन। धन गुरु नानक देव महाराज जी सारिਆਂ ਦੀ सिर के उत्ते अपनी मेहर भरिया हथ रखन, सारिਆਂ ਨੂੰ अपनी बाणी का प्रकाश बख्शन। जो ज्ञान सतगुਰਾਂ ने सानू दिता है साडे हिरदिਆਂ ਦੇ ਵਿੱਚ वस जाए, असी अपने जीवन ਦੇ ਵਿੱਚ ਉਸ ਨੂੰ अमल ਵਿੱਚ ਲਿਆ ਸਕੀਏ। बेअंत भुलां गलतियां की खिमा जी। वाहिगुरू जी का खालसा, वाहिगुरू जी की फतेह।